ਹਲਕਾ ਫਲੌਰ ਵਿੱਚ ਕਾਂਗਰਸ ਦੀ ਆਪਸੀ ਕਸ਼ਮਕਸ਼ ਅਤੇ ਸੀਟ ਪਾਉਣ ਦੀ ਖਿੱਚੋਤਾਣ ਨੇ ਇੱਕ ਦੂਜੇ ਉੱਪਰ ਸ਼ਬਦੀ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਹਨ। ਪਿਛਲੇ ਕਰੀਬ 1 ਸਾਲ ਤੋਂ ਵੱਖ-ਵੱਖ ਮੁੱਦਿਆਂ ਤੇ ਚੌਧਰੀ ਪਰਿਵਾਰ ਨੂੰ ਘੇਰਨ ਵਾਲੇ ਸਾਬਕਾ ਮੰਤਰੀ ਸਰਵਣ ਸਿੰਘ ਫਲੌਰ ਦੇ ਪੁੱਤਰ ਦਮਨਵੀਰ ਸਿੰਘ ਫਲੌਰ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਚੌਧਰੀ ਪਰਿਵਾਰ ਤੇ ਇੱਕ ਵਾਰ ਫਿਰ ਵੱਡੇ ਇਲਜ਼ਾਮ ਲਗਾਏ ਗਏ ਹਨ ਅਤੇ ਉਹਨਾਂ ਦੇ ਨਾਲ ਪਿੰਡ ਵੈਰਕਾਂ ਦੀ ਸਰਪੰਚ ਦਰਸ਼ਨਾ ਕੁਮਾਰੀ ਵੱਲੋਂ ਵੀ ਚੌਧਰੀ ਪਰਿਵਾਰ ਦੇ ਖਿਲਾਫ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜੀ ਨੂੰ ਚਿੱਠੀ ਲੈ ਕੇ ਭ੍ਰਿਸ਼ਟਾਚਾਰ ਦੇ ਖਿਲਾਫ ਵਿਜੀਲੈਂਸ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ ਹੈ। ਸੋ ਇਸ ਪ੍ਰੈਸ ਕਾਨਫਰੰਸ ਵਿੱਚ ਦਮਨਵੀਰ ਸਿੰਘ ਫਲੌਰ ਅਤੇ ਪਿੰਡ ਵੈਰਕਾਂ ਦੀ ਸਰਪੰਚ ਦਰਸ਼ਨਾ ਕੁਮਾਰੀ ਵੱਲੋਂ ਕੀ ਕਿਹਾ ਗਿਆ ਦੇਖਦੇ ਹਾਂ। ਇਨਸਾਫ ਦਾ ਜਿਹੜਾ ਸੂਰਜ ਹੈ ਉਹਨੂੰ ਦੁਬਾਰਾ ਉਜਾਗਰ ਕਰਨ ਦਾ ਤੇ ਉਸੇ ਦੀ ਤਰ੍ਹਾਂ ਇੱਕ ਵਾਰੀ ਫੇਰ ਜੋ ਸਾਡਾ ਫਰਜ਼ ਹੈ ਤੇ ਮੁੱਢ ਤੋਂ ਹੀ ਇਸ ਫਰਜ਼ ਨੂੰ ਨਿਭਾ ਰਹੇ ਹਾਂ। ਸਾਰੀ ਟੀਮ ਮੇਰੇ ਨਾਲ ਤੁਹਾਡੀ ਕਚਹਿਰੀ ਦੇ ਵਿੱਚ ਫਲੌਰ ਹਲਕੇ ਦੇ ਮੁੱਦਿਆਂ ਨੂੰ ਲੈ ਕੇ ਹਾਜ਼ਰ ਹੋਏ ਹਾਂ। ਮੈਂ ਬਹੁਤ ਧੰਨਵਾਦ ਕਰਦਾ ਸਾਰੇ ਹੀ ਪ੍ਰੈਸ ਦੇ ਵੀਰਾਂ ਦਾ ਜਿਹੜੇ ਇੱਥੇ ਪਹੁੰਚੇ ਹੈ। ਮੇਰੇ ਨਾਲ ਮੇਰੇ ਸੱਜੇ ਹੱਥ ਮੇਰੇ ਸਾਥੀ ਜੋ ਇਸ ਵੇਲੇ ਪਹਿਲਾਂ ਕੌਂਸਲਰ ਵੀ ਰਹੇ ਹੈ, ਹੁਣ ਸਾਡੇ ਭੈਣ ਜੀ ਕੌਂਸਲਰ ਹੈ, ਇਹਨਾਂ ਦੇ ਮਿਸਿਸ। ਮੇਰੇ ਖੱਬੇ ਹੱਥ ਸਾਡੇ ਬਹੁਤ ਹੀ ਪੁਰਾਣੇ ਟ੍ਰੈਡੀਸ਼ਨਲ ਕਾਂਗਰਸ ਪਰਿਵਾਰ ਤੋਂ ਪਿਛਲੇ 30-35 ਸਾਲਾਂ ਤੋਂ ਕਾਂਗਰਸ ਦੀ ਸੇਵਾ ਕਰ ਰਹੇ ਬਹੁਤ ਵੱਡੇ ਪਿੰਡ ਚੋਂ ਕੋਈ 4-5 ਹਜ਼ਾਰ ਦੀ ਆਬਾਦੀ ਦਾ ਪਿੰਡ ਹੈ, ਪਿੰਡ ਬਿਰਕਾਂ, ਜੋ ਕਿ ਬਲਾਕ ਫਲੌਰ ਦੇ ਅਧੀਨ ਹੈ। ਉੱਥੋਂ ਬਹੁਤ ਵੱਡੀ ਲੀਡ ਤੇ ਜਿੱਤੇ ਹੋਏ ਸਰਪੰਚ ਜਿਹੜੇ ਕਿ ਇਸ ਸਮੇਂ ਮੁਅੱਤਲ ਕਰ ਦਿੱਤੇ ਗਏ ਕਿਸੇ ਕਾਰਨ ਕਰਕੇ, ਦਰਸ਼ਨਾ ਕੁਮਾਰੀ ਜੀ ਸਾਡੇ ਵੱਡੇ ਭੈਣ ਜੀ ਉਹ ਬੈਠੇ ਹੈ। ਸੋ ਅੱਜ ਦਾ ਜਿਹੜਾ ਵਿਸ਼ਾ ਹੈ ਤੁਸੀਂ ਭਲੇ ਭਾਂਤ ਜਾਣਦੇ ਹੋ ਬਈ ਪਿਛਲੇ ਪੌਣੇ 5 ਸਾਲ ਦੇ ਵਿੱਚ ਜੇ ਮੈਂ ਆਖਾਂ ਕਿ ਦੁਆਬੇ ਦੇ ਵਿੱਚ ਜੇ ਕੋਈ ਸਭ ਤੋਂ ਵੱਧ ਹਲਕਾ ਜਾਂ ਹਲਕੇ ਦੇ ਲੋਕ ਜਿਹੜੇ ਕੁੱਟੇ ਤੇ ਲੁੱਟੇ ਗਏ ਹੋਣ ਉਹ ਫਲੌਰ ਹਲਕਾ। ਕਿਸੇ ਇੱਕ ਮੁੱਦੇ ਦੀ ਗੱਲ ਕਰੀਏ ਤਾਂ ਦੂਸਰਾ ਉੱਠ ਖੜਦਾ। ਜੇ ਰੇਤੇ ਦੀ ਗੱਲ ਕਰੀਏ ਤਾਂ ਰੇਤ ਮਾਫੀਆ ਨੇ ਜੰਮ ਕੇ ਪੂਰੇ ਪੌਣੇ 5 ਸਾਲ ਇੱਥੇ ਆਪਣਾ ਕੰਮ ਕੀਤਾ। ਜੋ ਪੈਸੇ ਸਰਕਾਰ ਦੇ ਖਜ਼ਾਨੇ ਦੇ ਵਿੱਚ ਜਾਣੇ ਚਾਹੀਦੇ ਸੀ ਉਹ ਕੁਝ ਕੁ ਸਾਡੇ ਜੋ ਇੱਥੇ ਹਲਕੇ ਦੇ ਸਰਪ੍ਰਸਤੀ ਕਰ ਰਹੇ ਸਨ ਉਹਨਾਂ ਲੀਡਰਾਂ ਦੀ ਮਿਹਰਬਾਨੀ ਕਰਕੇ ਉਹ ਮਾਫੀਆ ਦੇ ਜੇਬਾਂ ਦੇ ਵਿੱਚ ਚਲੇ ਗਏ। ਹਾਲਾਂਕਿ ਪੰਜਾਬ ਸਰਕਾਰ ਨੇ ਜੋ ਰੇਤੇ ਦਾ ਰੇਟ ਮੁਕੱਰਰ ਕੀਤਾ ਸੀ ਉਹ ਕੁਝ ਹੋਰ ਸੀ, ਪਰ ਇੱਥੋਂ ਦੇ ਸਰਪ੍ਰਸਤੀ ਕਰਨ ਵਾਲੇ ਸਾਡੇ ਜੋ ਲੀਡਰ ਸਾਹਿਬਾਨ ਆ ਉਹਨਾਂ ਨੂੰ ਕੋਈ ਕੀ ਮਨਜ਼ੂਰ ਸੀ, ਉਹ ਉਸ ਦੇ ਉਲਟ ਰੇਤ ਮਾਫੀਆ ਦੀਆਂ ਜੇਬਾਂ ਦੇ ਵਿੱਚ ਜਿਹੜਾ ਉਹ ਭਰਨ ਦੇ ਵਿੱਚ ਲੱਗੇ ਰਹੇ। ਜੇ ਡਰੱਗਸ ਦੀ ਗੱਲ ਕਰ ਰਹੀਏ ਤਾਂ ਡਰੱਗਸ ਦਾ ਪਸਾਰ ਮੀਡੀਆ ਦੇ ਸਾਥੀ ਸਾਰੇ ਜਾਣਦੇ ਆ ਵੀ ਬਹੁਤ ਵੱਡੇ ਲੈਵਲ ਤੇ ਹਲਕੇ ਦੇ ਵਿੱਚ ਕਿਸ ਤਰ੍ਹਾਂ ਹੋ ਰਿਹਾ। ਪਿੰਡ ਬਿਰਕਾਂ ਦੇ ਨਾਲ ਹੀ ਮੈਨੂੰ ਘਟਨਾ ਯਾਦ ਆਈ ਹੈ। ਛੋਟਾ ਜਿਹਾ ਪਿੰਡ ਹੈ ਗਹੌਵਰ ਕਰਕੇ, ਉੱਥੇ ਜਸਪ੍ਰੀਤ ਨਾਮ ਦਾ 32 ਸਾਲਾਂ ਦਾ ਨੌਜਵਾਨ ਅਗਸਤ ਦੇ 12 ਅਗਸਤ ਨੂੰ ਉਹਦੀ ਮੌਤ ਹੋ ਜਾਂਦੀ ਹੈ। ਪਹਿਲਾਂ ਤਾਂ ਰੌਲਾ ਪਾ ਦਿੰਦਾ ਤੇ ਪੁਲਿਸ ਵੀ ਜਿਹੜੀ ਹੈ ਕਾਰਵਾਈ ਕਰ ਦਿੱਤੀ ਹੈ ਵੀ ਇਹਦੀ ਮੌਤ ਜਿਹੜੀ ਹੈ ਉਹ ਗਰਮੀ ਲੱਗਣ ਨਾਲ ਹੋ ਗਈ। ਪਰ ਜਦੋਂ ਵੀਡੀਓ ਸਾਹਮਣੇ ਆਉਂਦੀ ਹੈ ਪਿੰਡ ਦੇ ਲੋਕ ਰੌਲਾ ਪਾਉਂਦੇ ਆ ਬਈ ਉਹਦੇ ਤਾਂ ਖੱਬੇ ਹੱਥ ਤੇ ਸਿਰਿੰਜ ਚੁੱਭੀ ਹੋਈ ਹੈ, ਤਾਂ ਫਿਰ ਹਫੜਾ ਦਫੜੀ ਦੇ ਵਿੱਚ ਜ਼ੋਰ ਪੈਣ ਤੇ ਜਿਹੜੀ ਹੈ FIR ਇਹ ਕਰਨੀ ਪਈ ਵੀ ਡਰੱਗ ਓਵਰਡੋਜ਼ ਨਾਲ ਮੌਤ ਹੋਈ ਹੈ। ਇਹ ਜਿਹੜੀਆਂ ਮੌਤਾਂ ਆ ਹਲਕੇ ਦੇ ਵਿੱਚ ਡਰੱਗ ਓਵਰਡੋਜ਼ ਵਾਲੀਆਂ ਉਹਨਾਂ ਨੂੰ ਵੀ ਛੁਪਾਇਆ ਜਾ ਰਿਹਾ। ਪਤਾ ਨਹੀਂ ਕਦੋਂ ਇਨਸਾਫ ਜਿਹੜਾ ਆ ਉਹ ਲੋਕਾਂ ਤੱਕ ਪਹੁੰਚੇਗਾ ਤੇ ਇਸ ਜਿਹੜੀਆਂ ਡਰੱਗ ਦੇ ਧੰਦੇ ਨੂੰ ਨਕੇਲ ਪਾਈ ਜਾ ਸਕੇਗੀ। ਅੱਗੇ ਲਾਅ ਐਂਡ ਆਰਡਰ ਦੀ ਗੱਲ ਕਰ ਲਈਏ ਤਾਂ ਮੈਨੂੰ ਨਹੀਂ ਲੱਗਦਾ ਅੱਜ ਦੀ ਡੇਟ ਦੇ ਵਿੱਚ ਕੋਈ ਵੀ ਆਦਮੀ ਇਸ ਹਲਕੇ ਦਾ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦਾ। ਕਈ ਵਾਰੀ ਤਾਂ ਮੀਡੀਆ ਦੇ ਸਾਥੀ ਵੀ ਕਹਿ ਦਈਏ ਵੀ ਸ਼ਾਮ ਨੂੰ ਆਪਾਂ ਮਿਲਣਾ ਤਾਂ ਉਹ ਕਹਿੰਦੇ ਜੀ ਹੁਣ ਟਾਈਮ ਨਹੀਂ, ਕਿਉਂਕਿ ਰਾਹ ਸਾਡਾ ਬਹੁਤ ਜੀ ਸੁੰਨਸਾਨ ਹੈ, ਸਾਨੂੰ ਡਰ ਲੱਗਦਾ ਹੈ ਕਿ ਰਾਹ 'ਚੋਂ ਜਾਂਦੇ ਸ਼ਾਮ ਨੂੰ ਕੋਈ ਲੁੱਟ ਨਾ ਲਵੇ। ਤੇ ਕਈ ਥਾਂ ਤੇ ਤਾਂ ਸੱਟਾਂ ਵੀ ਬਹੁਤ ਗੰਭੀਰ ਮਾਰੀਆਂ ਗਈਆਂ।
ਲਾਅ ਐਂਡ ਆਰਡਰ ਦੇ ਹਾਲਾਤ ਬਹੁਤ ਜ਼ਿਆਦਾ ਮਾੜੇ ਨੇ। ਸਾਡੇ ਵਪਾਰੀ ਲੋਕ ਜਿਹੜੇ ਆ ਉਹ ਆਪਣੇ ਵਪਾਰਾਂ ਤੇ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ। ਕੁਝ ਸਮਾਂ ਪਹਿਲਾਂ ਇਸੇ ਰੈਸਟੋਰੈਂਟ ਹੋਟਲ ਦੇ ਵਿੱਚ ਕੁਝ ਜਿਹੜੇ ਸ਼ਰਾਰਤੀ ਅਨਸਰਾਂ ਨੇ ਉਹ ਬੜੀ ਵੱਡੀ ਮਾੜੀ ਘਟਨਾ ਜਿਹੜੀ ਹੈ ਉਹ ਕੀਤੀ। ਕਿਹਦਾ ਨਾਮ ਲੈ ਲਈਏ, ਸ਼ਹਿਰ ਦੇ ਵਿੱਚ ਬਹੁਤ ਜ਼ਿਆਦਾ ਡਰ ਔਰ ਭੈ ਦਾ ਮਾਹੌਲ ਹੈ। ਇਹੀ ਗੁਰਾਇਆਂ ਦੇ ਹਾਲਾਤ ਨੇ, ਇਹੀ ਫਲੋਰ ਦੇ ਹਾਲਾਤ ਨੇ। ਸੋ ਇਸ ਕਰਕੇ ਲਾਅ ਐਂਡ ਆਰਡਰ ਜਿਹੜਾ ਆ ਉਹ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਆ। ਲੋਕ ਡਰੇ ਹੋਏ ਆ ਤੇ ਲੋਕ ਜਿਹੜੇ ਆ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ। ਤੇ ਸਰਪ੍ਰਸਤੀ ਜਿਹੜੀ ਹੈ ਉਹ ਪਤਾ ਨਹੀਂ ਪੁਲਿਸ ਤੋਂ ਕਿਉਂ ਕਿਹੋ ਜਿਹਾ ਕੰਮ ਲਿਆ ਜਾ ਰਿਹਾ। ਜਿਹੜੇ ਸਰਪ੍ਰਸਤੀ ਕਰਨ ਵਾਲੇ ਲੀਡਰ ਸਾਹਿਬਾਨ ਹੈ ਉਹ ਹੀ ਦੱਸ ਸਕਦੇ ਆ ਵੀ ਕੀ ਹਾਲਾਤ ਜਿਹੜੇ ਆ ਉਹ ਇਸ ਵੇਲੇ ਲੋਕਾਂ ਨੂੰ ਦਿੱਤੇ ਜਾ ਰਹੇ ਆ। ਦੂਸਰੀ ਗੱਲ ਕਰ ਲਈਏ, ਲਾਅ ਐਂਡ ਆਰਡਰ ਦੇ ਅਧੀਨ ਹੀ ਜਿਹੜੀ ਵੂਮਨ ਦੀ ਸੁਰੱਖਿਆ ਹੈ ਵੂਮਨ ਦੀ, ਉਹਨਾਂ ਦੇ ਖਿਲਾਫ ਵੀ ਅਤਿਆਚਾਰ ਹੋ ਰਿਹਾ। ਇੱਕ ਪਾਸੇ ਤਾਂ ਸਾਡੇ ਲੀਡਰ ਜੋ ਮੇਰੀ ਖੁਦ ਦੀ ਪਾਰਟੀ ਦੇ ਜਿਹੜੇ ਸਾਡੇ ਮਾਰਗਦਰਸ਼ਕ ਹੈ ਕਾਂਗਰਸ ਪਾਰਟੀ ਦੇ, ਕਿਉਂਕਿ ਸਾਰਾ ਪਰਿਵਾਰ ਅਸੀਂ ਇਸ ਵੇਲੇ ਕਾਂਗਰਸ ਪਾਰਟੀ ਦਾ ਪਰਿਵਾਰ ਹੈ ਤੇ ਕਾਂਗਰਸ ਦੀ ਜਿਹੜੀ ਹੈ ਉਹ ਹਮੇਸ਼ਾ ਵਿਜ਼ਨ ਔਰ ਮਿਸ਼ਨ ਤੇ ਪਹਿਰਾ ਦੇਣ ਵਾਲਾ ਪਰਿਵਾਰ ਹੈ ਤੇ ਹਮੇਸ਼ਾ ਇਹੀ ਚਾਹੁੰਦੇ ਆ ਵੀ ਜੋ ਕਾਂਗਰਸ ਦਾ ਵਿਜ਼ਨ ਹੈ, ਜੋ ਪ੍ਰਿੰਸੀਪਲਸ ਹੈ, ਜੋ ਐਥਿਕਸ ਹੈ ਉਹ ਗਰਾਊਂਡ ਤੱਕ ਜ਼ਰੂਰ ਪਹੁੰਚਣ। ਤੇ ਇੱਕ ਪਾਸੇ ਸਾਡੇ ਲੀਡਰ ਸਾਹਿਬਾਨ ਸ਼੍ਰੀਮਤੀ ਪ੍ਰਿਯੰਕਾ ਗਾਂਧੀ ਜੀ ਨੇ ਨਾਅਰਾ ਦਿੱਤਾ ਕਿ ਜਿਹੜੀ ਲੜਕੀ ਹੈ ਉਹਨੂੰ ਅਸੀਂ 50% ਸੀਟਾਂ ਦੇਣੀਆਂ ਯੂਪੀ ਦੇ ਵਿੱਚ। ਉਹਨਾਂ ਨੇ ਸਲੋਗਨ ਵੀ ਦਿੱਤਾ, ਲੜਕੀ ਹੂੰ ਲੜ ਸਕਤੀ ਹੂੰ। ਤੇ ਦੂਜੇ ਪਾਸੇ ਸਾਡੇ ਇੱਥੋਂ MP ਸਾਹਿਬ, ਪਤਾ ਨਹੀਂ ਉਹਨਾਂ ਦਾ ਆਪਣਾ ਕੀ ਇੰਟਰਸਟ ਹੈ ਜਾਂ ਉਹਨਾਂ ਦਾ ਵਿਜ਼ਨ ਜਾਂ ਮਿਸ਼ਨ ਜਿਹੜਾ ਆ ਉਹ ਸ਼ਾਇਦ ਪਾਰਟੀ ਦੇ ਸੀਨੀਅਰ ਪਾਰਟੀ ਦੇ ਲੀਡਰ ਸਾਹਿਬਾਨਾਂ ਜੋ ਹਾਈ ਕਮਾਂਡ ਤੋਂ ਉੱਪਰ ਹੈ, ਉਹ ਇੱਕ ਸਾਡੀ ਇੱਥੇ ਪਿੱਛੇ ਅੱਟੇ ਦੇ ਵਿੱਚ ਇੱਕ ਫੀਮੇਲ ਜਿਹੜੀ ਹੈ ਉਹਦੇ ਤੇ ਅਟੈਕ ਹੋਇਆ, ਬਾਲਾਂ ਤੋਂ ਖਿੱਚਿਆ ਗਿਆ। ਉਹ ਵੀ ਇੱਕ ਡੈਕੋਰੇਟਡ ਪੁਲਿਸ ਦੇ ਅਫਸਰ ਨੇ ਕੀਤਾ, ਉੱਥੇ ਕੋਈ ਵੂਮਨ ਕਨਸਟੇਬਲ ਡਿਪਿਊਟ ਨਹੀਂ ਸੀ ਕੀਤਾ ਗਿਆ। ਇਹ ਸਾਡੇ ਹਲਕੇ ਦੇ ਵਿੱਚ ਨਾਰੀ ਦੀ ਸੁਰੱਖਿਆ। ਉਸ ਤੋਂ ਬਾਅਦ ਸਾਡੇ ਸਰਪੰਚ ਸਾਹਿਬ ਮੇਰੇ ਨਾਲ ਬੈਠੇ ਹੈ, ਇੱਕ ਵੂਮਨ ਹੈ, ਇੱਕ ਡਿਪਰੈਸਡ ਕਲਾਸਿਸ ਤੋਂ ਆਉਂਦੇ ਆ ਜਿਨ੍ਹਾਂ ਦੀ ਸੁਰੱਖਿਆ ਲਈ ਸਾਡੀ ਪਾਰਟੀ ਨੇ ਹਮੇਸ਼ਾ ਹਾਂ ਦਾ ਨਾਅਰਾ ਮਾਰਿਆ ਤੇ ਹਮੇਸ਼ਾ ਖੜੇ ਵੀ ਰਹੇ ਆ। ਤੇ ਕਾਂਗਰਸ ਪਾਰਟੀ ਨੇ ਇਹ ਵੀ ਕਿਹਾ ਵੀ ਹਮੇਸ਼ਾ ਗਰੀਬ ਦੇ ਹੱਥ ਨਾਲ ਕਾਂਗਰਸ ਦਾ ਹੱਥ ਹੈ। ਤੇ ਪਰ ਇਸ ਹਲਕੇ ਦੇ ਵਿੱਚ ਜਿਹੜੇ ਹਾਲਾਤ ਹੈ ਉਹ ਪਤਾ ਨਹੀਂ ਕਿਹੜੀ ਵਿਜ਼ਨ ਤੇ ਮਿਸ਼ਨ ਹੈ ਉਹਨਾਂ ਦਾ, ਕਿਸ ਪਾਰਟੀ ਦੇ ਵਿਜ਼ਨ ਤੇ ਕੰਮ ਕਰ ਰਹੇ ਆ ਕਿ ਉਹ ਆਪਣੇ ਸੈਲਫਿਸ਼ ਇੰਟਰਸਟ ਨੂੰ ਪਹਿਲਾਂ ਰੱਖ ਕੇ ਜਿਹੜਾ ਕੰਮ ਕੀਤਾ ਜਾ ਰਿਹਾ ਤੇ ਕਿ ਇਹ ਨਹੀਂ ਦੇਖਿਆ ਜਾ ਰਿਹਾ ਵੀ ਕੋਈ ਵੂਮਨ ਹੈ ਜਾਂ ਕੋਈ ਡਿਪਰੈਸਡ ਕਲਾਸਿਸ ਤੋਂ ਆਉਂਦਾ। ਇਹਦੇ ਲਈ ਉਹਨਾਂ ਨੇ ਆਪਣਾ ਸਿਰਫ ਇੱਕੋ ਹੀ ਰਾਹ ਅਪਣਾਇਆ ਹੋਇਆ ਕਿ ਉਹ ਕਹਿੰਦੇ ਨਾ ਬਾਪ ਬੜਾ ਨਾ ਭਈਆ ਸਭਸੇ ਬੜਾ ਰੁਪਈਆ। ਸੋ ਇੱਕੋ ਹੀ ਮਿਸ਼ਨ ਤੇ ਲੱਗੇ ਹੋਏ ਆ, ਬਾਕੀ ਸਾਰੇ ਮਿਸ਼ਨ ਜਿਹੜੇ ਆ ਦਰਕਨਾਰ ਕਰ ਦਿੱਤੇ ਆ। ਉਸ ਤੋਂ ਬਾਅਦ ਜਿਹੜਾ ਸਭ ਤੋਂ ਅਹਿਮ ਮੁੱਦਾ ਜਿਹਦੇ ਲਈ ਅੱਜ ਆਪਾਂ ਇਕੱਠੇ ਹੋਏ ਆ, ਜਿਹਦੇ ਲਈ ਅੱਜ ਮੈਂ ਤੁਹਾਨੂੰ ਬੇਨਤੀ ਕੀਤੀ ਆਉਣ ਵਾਸਤੇ, ਉਹ ਹੈਗਾ ਕਰਪਸ਼ਨ ਦਾ ਮੁੱਦਾ। ਕਰਪਸ਼ਨ ਨੇ ਹਲਕੇ ਦੇ ਵਿੱਚ ਇਦਾਂ ਦਾ ਜਾਲ ਫੈਲਾ ਲਿਆ ਵੀ ਕੋਈ ਵੀ ਛੋਟੇ ਤੋਂ ਵੱਡਾ ਕੰਮ ਜਿਹੜਾ ਆ ਉਹ ਕਰਪਸ਼ਨ ਤੋਂ ਬਿਨਾਂ ਨਹੀਂ ਹੋ ਰਿਹਾ। ਹਾਲਾਂਕਿ ਬਹੁਤ ਵੱਡੀ ਆਸ ਹੈ, ਉਮੀਦ ਹੈ ਔਰ ਸਾਨੂੰ ਵਿਸ਼ਵਾਸ ਵੀ ਹੈ। ਜਦੋਂ ਦੇ ਸਾਡੇ CM ਸਾਹਿਬ ਆਏ ਹੈ ਚਰਨਜੀਤ ਸਿੰਘ ਚੰਨੀ ਜੀ, ਉਹਨਾਂ ਨੇ ਆਉਂਦੇ ਹੀ ਕਿਹਾ ਵੀ ਨਾ ਮੈਂ ਰੇਤੇ ਵਾਲਾ ਬਖਸ਼ਣਾ ਤੇ ਨਾ ਮੈਂ ਕਰਪਸ਼ਨ ਰਹਿਣ ਦੇਣੀ ਹੈ। ਪਰ ਇੱਥੇ ਪਤਾ ਨਹੀਂ ਕੀ ਹਾਲਾਤ ਹੈ ਕਿ ਉਹ CM ਸਾਹਿਬ ਦੇ ਆਦੇਸ਼ਾਂ ਨੂੰ ਵੀ ਨਹੀਂ ਮੰਨ ਰਹੇ ਤੇ ਛੋਟੀ ਕਰਪਸ਼ਨ ਤੋਂ ਲੈ ਕੇ ਲੋਕਾਂ ਦੀਆਂ ਬਿਲਡਿੰਗਾਂ ਢਾਉਣ ਤੱਕ ਜਿਹੜੀ ਹੈ ਸ਼ਹਿਰਾਂ ਦੇ ਵਿੱਚ ਉਹ ਕਰਪਸ਼ਨ ਬੜੀ ਮੋਟੇ ਲੈਵਲ ਤੇ ਚੱਲ ਰਹੀ ਹੈ, ਜਿਹੜਾ ਕਿ ਅਸੀਂ ਕਦੇ ਨਹੀਂ ਸੀ ਫਲੋਰ ਦੇ ਵਿੱਚ ਐਸਾ ਮਾਹੌਲ ਦੇਖਿਆ। ਕੋਈ ਕਿਸੇ ਦਾ ਡਰ ਨਹੀਂ, ਕੋਈ ਕਿਸੇ ਦਾ ਭੈ ਨਹੀਂ। ਗੱਲ ਤਾਂ ਉਦੋਂ ਬਹੁਤ ਵੱਡੀ ਹੋ ਗਈ ਜਦੋਂ ਇੱਕ ਸਬੂਤ ਦੇ ਤੌਰ ਤੇ ਇੱਕ ਆਡੀਓ ਵਾਇਰਲ ਹੋ ਗਈ ਜਿਹਦੇ ਵਿੱਚ ਇੱਕ ਸਰਪੰਚ ਸਾਹਿਬ ਜਿਹੜੇ ਪੁਰਾਣੇ ਸਨ ਉਹਨਾਂ ਦੀ ਤੇ ਇੱਕ ਪੰਚਾਇਤ ਸੈਕਟਰੀ ਦੀ ਆਡੀਓ ਵਾਇਰਲ ਹੋ ਗਈ। ਸ਼ਾਇਦ ਮੀਡੀਆ ਦੇ ਸਾਥੀਆਂ ਨੇ ਸਾਰਿਆਂ ਨੇ ਉਹ ਆਡੀਓ ਸੁਣੀ ਵੀ ਹੈ ਤੇ ਕਾਫੀ ਚੈਨਲਾਂ ਤੇ ਉਹ ਵਾਇਰਲ ਵੀ ਹੋਈ ਹਲਕੇ ਦੇ ਵਿੱਚ। ਬੜੀ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਕਿ ਜਿਹੜਾ ਪੰਚਾਇਤ ਸੈਕਟਰੀ ਹੈ ਉਹ ਦੱਸ ਰਿਹਾ ਕਿ ਜਿਹੜੀ ਇਹ ਸਾਰੀ ਕਮਿਸ਼ਨ ਹੈ ਉਹ ਮੇਰੇ ਹਲਕੇ ਦੇ ਜਿਹੜੀ ਇਸ ਵੇਲੇ ਸਰਪ੍ਰਸਤੀ ਕਰ ਰਹੇ ਆ ਸਾਡੇ MP ਸਾਹਿਬ ਹੈ ਉਹ ਚੌਧਰੀ ਸੰਤੋਖ ਸਿੰਘ ਨੂੰ ਸਾਰੀ ਕਮਿਸ਼ਨ ਜਾ ਰਹੀ ਹੈ। ਬੜੀ ਬਦਕਿਸਮਤੀ ਹੈ, ਸਾਡਾ ਸਿਰ ਵੀ ਝੁਕਦਾ ਹੈ ਤੇ ਇਹ ਵੀ ਨਮੋਸ਼ੀ ਦਾ ਕਾਰਨ ਹੈ ਵੀ ਇਹ ਬਿਲਕੁਲ ਜਿਹੜਾ ਆ ਉਹ ਪੰਜਾਬ ਦੀ ਸਰਕਾਰ ਦੇ ਔਰ ਕਾਂਗਰਸ ਪਾਰਟੀ ਦੇ ਜੋ ਐਥਿਕਸ ਹੈ, ਜੋ ਪ੍ਰਿੰਸੀਪਲਸ ਹੈ ਉਹਦੇ ਉਲਟ ਕੰਮ ਹੋ ਰਿਹਾ। ਤੇ ਜੇ ਕੋਈ ਆਵਾਜ਼ ਚੱਕਣਾ ਚਾਹੁੰਦਾ, ਜਿਵੇਂ ਮੇਰੇ ਨਾਲ ਬੈਠੇ ਆ ਸਰਪੰਚ ਸਾਹਿਬ, ਇਹਨਾਂ ਨੇ ਆਵਾਜ਼ ਚੱਕੀ
ਕਿ ਮੈਂ ਇਹ ਜਿਹੜੀ ਹੈ ਕਰਪਸ਼ਨ ਨਹੀਂ ਆਪਣੇ ਪਿੰਡ 'ਚ ਹੋਣ ਦੇਣੀ, ਮੈਂ ਇਹ ਕਮਿਸ਼ਨ ਏਜੰਟੀ ਮੇਰੇ ਪਿੰਡ 'ਚ ਨਹੀਂ ਮੈਂ ਮਨਜ਼ੂਰ ਕਰਨੀ, ਤੇ ਉਹਨਾਂ ਨੂੰ ਸਿੱਟੇ ਵਜੋਂ ਜਿਹੜਾ ਆ ਮੁਅੱਤਲ ਕਰ ਦਿੱਤਾ ਗਿਆ। ਤੇ ਸਭ ਤੋਂ ਵੱਡਾ ਸਬੂਤ ਉਦੋਂ ਸਾਹਮਣੇ ਆ ਗਿਆ ਬਈ ਜਦੋਂ ਉਸ ਵੀਡੀਓ ਦੇ ਆਡੀਓ ਦੇ ਵਿੱਚ ਜਿਹੜਾ ਇੱਕ ਬਹੁਤ ਵੱਡਾ ਸਬੂਤ ਹੈ, ਇਹ ਗੱਲ ਵਾਇਰਲ ਹੋ ਗਈ ਬਈ ਇਸੇ ਕਰਕੇ ਉਹਨਾਂ ਨੂੰ ਮੁਅੱਤਲ ਕੀਤਾ ਗਿਆ ਕਿਉਂਕਿ ਉਹਨਾਂ ਨੇ ਇਸ ਜਿਹੜੀ ਕਰਪਸ਼ਨ ਹੈ ਉਹਦਾ ਸਾਥ ਨਹੀਂ ਦਿੱਤਾ। ਤੇ ਮੈਂ ਹੈਰਾਨ ਹੈ ਵੀ ਇੰਨਾ ਪੁਰਾਣਾ ਕਾਂਗਰਸ ਦਾ ਪਰਿਵਾਰ ਹੋਵੇ ਔਰ ਇੰਨੇ ਵੱਡੇ ਪਿੰਡ ਦੇ ਸਰਪੰਚ ਹੋਣ ਔਰ ਇੱਕ ਗਰੀਬ ਪਰਿਵਾਰ ਚੋਂ ਉੱਠ ਕੇ ਇੱਕ ਲੇਡੀਜ਼ ਹੋਣ, ਇੱਕ ਵੂਮਨ ਹੋਵੇ ਤੇ ਉਹਨਾਂ ਨਾਲ ਆਹ ਹਸ਼ਰ ਕੀਤਾ ਜਾਵੇ, ਇਹ ਮਾਨਵਤਾ ਦੇ ਵੀ ਖਿਲਾਫ ਹੈ ਤੇ ਕਾਂਗਰਸ ਪਾਰਟੀ ਦੇ ਵਿਜ਼ਨ ਤੇ ਐਥਿਕਸ ਦੇ ਵੀ ਖਿਲਾਫ ਹੈ, ਪੰਜਾਬ ਸਰਕਾਰ ਦੇ ਵੀ ਖਿਲਾਫ ਹੈ। ਇਲੈਕਸ਼ਨ ਬਹੁਤ ਨੇੜੇ ਹੈ, ਅਸੀਂ ਲੋਕਾਂ ਦੇ ਵਿੱਚ ਜਾਣਾ ਹੈ ਤੇ ਕੋਈ ਵੀ ਪਾਰਟੀ ਹੋਵੇ ਉਹਦੀ ਰੀੜ੍ਹ ਦੀ ਹੱਡੀ ਹੈ ਜਿਹੜੀ ਉਹਦੇ ਵਰਕਰ ਹੁੰਦੇ ਆ। ਜੇ ਵਰਕਰ ਰਹਿਣਗੇ ਤਾਂ ਪਾਰਟੀਆਂ ਰਹਿਣਗੀਆਂ। ਕੱਲ ਮੈਂ ਸਿੱਧੂ ਸਾਹਿਬ ਦੀ ਜੋ ਇਸ ਵੇਲੇ ਸਾਡੇ ਪ੍ਰਧਾਨ ਹੈ, ਜਦੋਂ ਦੀ ਦੋਨਾਂ ਨੇ ਜਿਹੜੀ ਕਮਾਂਡ ਸੰਭਾਲੀ ਹੈ, ਚੰਨੀ ਸਾਹਿਬ ਨੇ, ਸਿੱਧੂ ਸਾਹਿਬ ਨੇ, ਕਾਂਗਰਸ ਇੱਕ ਨਵੇਂ ਰਸਤੇ ਤੇ ਆ ਗਈ ਹੈ। ਹਰ ਨਾਗਰਿਕ ਆਪਣੇ ਆਪ ਨੂੰ ਮਹਿਸੂਸ ਕਰ ਰਿਹਾ ਕਿ ਮੈਂ ਸੁਰੱਖਿਅਤ ਹਾਂ, ਮੈਂ ਹੁਣ ਅੱਛੇ ਹੱਥਾਂ ਦੇ ਵਿੱਚ ਹਾਂ, ਮੇਰੇ ਫਿਊਚਰ ਮੇਰੇ ਬੱਚਿਆਂ ਦਾ ਸੁਰੱਖਿਅਤ ਹੈ। ਕੱਲ ਵੀ ਉਹਨਾਂ ਨੇ ਸਟੇਜ ਤੋਂ ਕਿਹਾ ਵੀ ਕਾਂਗਰਸ ਦੇ ਵਰਕਰ ਮੇਰੀ ਪੱਗ ਨੇ, ਮੇਰਾ ਤਾਜ ਨੇ। ਜੇ 5000 ਨੌਕਰੀ ਕਾਂਗਰਸ ਦੇ 5000 ਅਹੁਦੇ ਕਾਂਗਰਸ ਦੇ ਵਰਕਰਾਂ ਨੂੰ ਅੱਜ ਹੀ ਦੇ ਦਿੱਤੇ ਜਾਣ ਤਾਂ ਕੱਲ ਨੂੰ ਪਾਰਟੀ ਦੀ ਦੁਬਾਰਾ ਸਰਕਾਰ ਬਣ ਜਾਏ। ਪਰ ਇੱਥੇ ਕਾਂਗਰਸ ਦੇ ਵਰਕਰਾਂ ਨੂੰ ਬਹੁਤ ਜ਼ਿਆਦਾ ਹੈਰਾਸ ਕੀਤਾ ਜਾ ਰਿਹਾ, ਹਿਊਮਿਲੇਟ ਕੀਤਾ ਜਾ ਰਿਹਾ। ਗੱਲ ਇੱਥੇ ਤੱਕ ਹੋ ਗਈ ਕਿ ਸਰਪੰਚ ਸਾਹਿਬ ਨੂੰ ਇੰਨਾ ਕੁ ਹਿਊਮਿਲੇਟ ਹੈਰਾਸ ਕੀਤਾ ਗਿਆ ਕਿ ਉਹਨਾਂ ਨੂੰ ਹੈਲਥ ਪ੍ਰੋਬਲਮ ਸ਼ੁਰੂ ਹੋ ਗਈਆਂ। ਮੈਂ ਤੁਹਾਨੂੰ ਡਿਟੇਲਸ ਵੀ ਦੇ ਸਕਦਾ। ਉਹਨਾਂ ਨੂੰ 15 ਤੋਂ 20 ਦਿਨ ਹਸਪਤਾਲ ਦੇ ਵਿੱਚ ਆਪਣਾ ਇਲਾਜ ਕਰਾਉਣਾ ਪਿਆ। ਉਹ ਇੰਨੇ ਡੀਮੋਰਲਾਈਜ਼ ਹੋ ਗਏ, ਹੈਲਥ ਪੱਖੋਂ ਇੰਨੇ ਕਮਜ਼ੋਰ ਹੋ ਗਏ, ਇੰਨਾ ਡਰਾ ਦਿੱਤਾ ਗਿਆ। ਤੇ ਜੇ ਸਾਡੇ ਖੁਦ ਦੇ ਪਾਰਟੀ ਦੇ ਕਾਂਗਰਸ ਪਾਰਟੀ ਦੇ ਵਰਕਰਾਂ ਦਾ ਇਹ ਹਾਲਾਤ ਹੈ ਤੇ ਅਸੀਂ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਲੋਕਾਂ ਦੀ ਕਚਹਿਰੀ ਵਿੱਚ ਕਿਵੇਂ ਜਾਵਾਂਗੇ, ਕੀ ਜਾ ਕੇ ਗੱਲ ਕਰਾਂਗੇ ਬਈ ਅਸੀਂ ਕਰਪਸ਼ਨ ਦਾ ਸਾਥ ਨਹੀਂ ਦਿੱਤਾ ਤੇ ਸਾਨੂੰ ਇਸ ਕਰਕੇ ਕੁੱਟ ਪਈ। ਲੋਕ ਸਵਾਲ ਪੁੱਛਣਗੇ। ਸੋ ਅਸੀਂ ਇਸ ਕਰਪਸ਼ਨ ਦੇ ਖਿਲਾਫ ਹਮੇਸ਼ਾ, ਇਸ ਐਥਿਕਸ ਦੇ ਖਿਲਾਫ ਹਮੇਸ਼ਾ ਆਵਾਜ਼ ਉਠਾਈ ਹੈ, ਉਠਾਉਂਦੇ ਵੀ ਰਹਾਂਗੇ। ਤੇ ਆਪਣੇ ਵਰਕਰ ਦੇ ਜਿਹੜਾ ਵੀ ਕੋਈ ਪਾਰਟੀ ਦਾ ਕਾਂਗਰਸ ਦਾ ਵਰਕਰ ਹੈ ਜਾਂ ਸਾਡੇ ਹਲਕੇ ਦਾ ਨਾਗਰਿਕ ਹੈ, ਉਹਨੂੰ ਇਨਸਾਫ ਦਿਵਾਉਣ ਵਾਸਤੇ ਹਮੇਸ਼ਾ ਖੜੇ ਰਹਾਂਗੇ। ਤੇ ਇਸੇ ਕਰਕੇ ਅੱਜ ਇਹ ਜਿਹੜੀ ਪ੍ਰੈਸ ਵਾਰਤਾ ਉਹ ਸੱਦੀ ਗਈ ਹੈ ਕਿ ਅਸੀਂ ਇਹ ਜਿਹੜਾ ਇਨਸਾਫ ਹੈ ਆਪਣੇ ਕਾਂਗਰਸ ਵਰਕਰ, ਕਾਂਗਰਸ ਪਰਿਵਾਰ ਦੇ ਵਰਕਰਾਂ ਨੂੰ ਕਿਸੇ ਦੀ ਹੱਦ ਤੱਕ ਜਾ ਕੇ ਜ਼ਰੂਰ ਦਿਵਾਵਾਂਗੇ। ਤੇ ਸਾਡੀ ਹਮਾਇਤ ਵੀ ਇਹਨਾਂ ਦੇ ਨਾਲ ਹੈ, ਸਾਡੀ ਜਿਹੜੀ ਪੂਰੀ ਮਦਦ ਵੀ ਇਹਨਾਂ ਦੇ ਨਾਲ ਹੈ। ਤੇ ਇਹਨਾਂ ਨੂੰ ਇਹ ਵੀ ਨਹੀਂ ਮਹਿਸੂਸ ਕਰਨ ਦੇਵਾਂਗੇ ਕਿ ਕੋਈ ਵੀ ਕਾਂਗਰਸ ਪਾਰਟੀ ਦਾ ਵਰਕਰ ਇਕੱਲਾ ਹੈ। ਤੇ ਇਹਨਾਂ ਨੇ ਜਿਹੜੀ ਬਹੁਤ ਵੱਡੀ ਲੜਾਈ ਵਿੱਢੀ ਹੈ ਕਰਪਸ਼ਨ ਦੇ ਅਗੇਂਸਟ, ਉਹਦੀ ਅਸੀਂ ਬਹੁਤ ਪੂਰੇ ਜਿਹੜੇ ਜ਼ੋਰਦਾਰ ਸ਼ਬਦਾਂ ਨਾਲ ਉਹਦੀ ਸਿਫਾਰਿਸ਼ ਕਰਦੇ ਹਾਂ, ਉਹਦੀ ਹਮਾਇਤ ਕਰਦੇ ਹਾਂ। ਤੇ ਸਭ ਤੋਂ ਵੱਡੀ ਗੱਲ ਇਹਨਾਂ ਨੇ ਜੋ ਸੀਐਮ ਸਾਹਿਬ ਨੂੰ ਚਿੱਠੀ ਵੀ ਲਿਖੀ ਹੈ ਵੀ ਜਿਹੜੀ ਸਬੂਤ ਆ ਗਏ ਆ, ਹੁਣ ਇਹਨਾਂ ਨੇ ਕੱਲ ਕੇ ਪਰਸੋਂ 1-2 ਦਿਨਾਂ 'ਚ ਚਿੱਠੀ ਲਿਖੀ ਹੈ ਵੀ ਇਸ ਜਿਹੜੀ ਇਹ ਕਰਪਸ਼ਨ ਹੋਈ ਹੈ ਇਹਦੀ ਘੱਟੋ ਘੱਟ ਵਿਜੀਲੈਂਸ ਦੀ ਜਾਂਚ ਹੋਣੀ ਚਾਹੀਦੀ ਹੈ ਤਾਂ ਕਿ ਪਤਾ ਲੱਗ ਸਕੇ ਕਿੰਨਾ ਪੈਸਾ ਸਰਕਾਰ ਨੇ ਦਿੱਤਾ ਤੇ ਕਿੰਨਾ ਕਮਿਸ਼ਨ ਦੇ ਵਸੂਲੀ ਦੇ ਜਿਹੜਾ ਕਰਕੇ ਉਹ ਇਹਨਾਂ ਦੀਆਂ ਜੇਬਾਂ ਦੇ ਵਿੱਚ ਪੈ ਗਿਆ। ਇਹ ਬਹੁਤ ਵੱਡਾ ਸਬੂਤ ਹੈ। ਅਸੀਂ ਇਸ ਜਿਹੜੀ ਇਹਨਾਂ ਦੀ ਇਹ ਮੰਗ ਹੈ ਵਿਜੀਲੈਂਸ ਦੀ ਜਾਂਚ ਬਾਰੇ, ਕਿਉਂਕਿ ਮੁੱਖ ਮੰਤਰੀ ਸਾਹਿਬ ਕੋਲੇ ਮਹਿਕਮਾ ਹੈ, ਉਹਦੀ ਹਮਾਇਤ ਕਰਦੇ ਹਾਂ ਤੇ ਪੁਰਜੋਰ ਸਿਫਾਰਿਸ਼ ਕਰਦੇ ਹਾਂ ਵੀ ਹਲਕੇ ਦੇ ਵਿੱਚ ਜੋ ਵੀ ਕੰਮ ਜਿਹੜਾ ਹੋਇਆ ਇਸ ਤਰ੍ਹਾਂ ਦਾ ਜਿਹਦਾ ਹੁਣ ਸਬੂਤ ਆ ਚੁੱਕਾ ਹੈ, ਜੇ ਕੋਈ ਸਬੂਤ ਨਾ ਹੁੰਦਾ ਤਾਂ ਗੱਲ ਵੱਖਰੀ ਸੀ। ਇਸ ਵੇਲੇ ਸਬੂਤ ਆ ਚੁੱਕਾ ਹੈ ਜਿਹਦੇ ਨਾਲ ਮੇਰੀ ਪਾਰਟੀ ਦੇ, ਸਾਡੀ ਕਾਂਗਰਸ ਪਾਰਟੀ ਦੇ ਇੱਕ ਸਰਪੰਚ ਦੇ ਉੱਤੇ ਪ੍ਰਭਾਵ ਹੈ। ਇੱਕ ਸਰਪੰਚ ਨੂੰ ਮੂੰਹ ਦਿਖਾਉਣਾ ਔਖਾ ਹੋਇਆ ਪਿੰਡ ਦੇ ਵਿੱਚ, ਉਹਦੀ ਜਵਾਬਦੇਹੀ ਬਣੀ ਹੋਈ ਹੈ ਤੇ ਅਸੀਂ ਉਹਦੇ ਨਾਲ ਖੜਾਂਗੇ ਉਹਦੀ ਹਰ ਤਰੀਕੇ ਨਾਲ। ਅੱਜ ਤਾਂ ਸਰਪੰਚ ਸਾਹਿਬ ਆਏ ਆ, ਮੇਰੇ ਕੋਲੇ ਹੋਰ ਬਹੁਤ ਵੱਡੀ ਲਿਸਟ ਹੈ। ਜਦੋਂ ਮੈਂ ਪਿੰਡਾਂ ਦੇ ਵਿੱਚ ਜਾਂਦਾ ਹੈ ਜਿਹੜੇ ਸਰਪੰਚ ਆ ਉਹ ਕਹਿੰਦੇ ਆ ਜੀ ਕਮਿਸ਼ਨਾਂ ਨੇ ਸਾਡੀ ਜਾਨ ਲੈ ਰੱਖੀ ਹੈ। ਸੋ ਇਸ ਕਰਪਸ਼ਨ ਦੇ ਖਿਲਾਫ, ਕਿਉਂਕਿ ਬਹੁਤ ਵੱਡਾ ਸਾਡਾ ਗਾਂ ਇਲੈਕਸ਼ਨ ਜਦੋਂ ਅਸੀਂ ਕੈਂਪੇਨ ਕਰਨ ਜਾਣਾ, ਸਾਡਾ ਸ਼ਰਮ ਨਾਲ ਸਿਰ ਝੁਕ ਜਾਣਾ ਜਦੋਂ ਲੋਕਾਂ ਨੇ ਸਵਾਲ ਪੁੱਛਣੇ ਆ। ਪਿੱਛੇ ਜਿਹੜੇ ਬਹੁਤ ਇੱਕ ਆਪਣੇ ਆਪ ਨੂੰ 25 ਸਾਲ ਰਾਜ ਕਰਨ ਵਾਲਾ ਦੱਸਦੇ ਸੀ ਬਾਦਲ ਪਰਿਵਾਰ ਦੇ ਮੁਖੀ, ਉਹ ਵੀ ਆਏ ਸੀ
ਤੇ ਮੈਨੂੰ ਉਦੋਂ ਬੜੀ ਸ਼ਰਮ ਆਈ ਜਦੋਂ ਉਹਨਾਂ ਨੇ ਆਖਿਆ ਵੀ ਮੈਂ ਪਹਿਲੀ ਦਿਨ ਹੀ ਜਦੋਂ ਆਉਂਗਾ, ਹਾਸਾ ਵੀ ਆਇਆ ਵੈਸੇ ਵੀ ਸਰਕਾਰ ਤਾਂ ਬਣਨੀ ਨਹੀਂ, ਵੀ ਮੈਂ ਪਹਿਲੇ ਦਿਨ ਹੀ ਜਿਹੜੀ ਆ ਇਹਦੀ ਜਾਂਚ ਕਰਾਊਂਗਾ। ਸੋ ਇਸ ਤਰ੍ਹਾਂ ਦੇ ਗੱਲਾਂ ਤੋਂ ਅਸੀਂ ਦੂਰ ਹੋ ਕੇ, ਇਸ ਤਰ੍ਹਾਂ ਦੇ ਉਹਨਾਂ ਦੇ ਝੂਠੇ ਬਿਆਨਾਂ ਤੋਂ ਦੂਰ ਹੋ ਕੇ, ਕਿਉਂਕਿ ਸਾਰੇ ਮਾਫੀਏ ਦੇ ਇਨਵੈਂਟਰ ਉਹ ਖੁਦ ਨੇ, ਅੱਜ ਤੱਕ ਉਹਨਾਂ ਦਾ ਇੱਥੋਂ ਬਣਿਆ ਹੋਇਆ ਐਮਐਲਏ ਕਿਸੇ ਵੀ ਗੱਲ ਤੇ ਕੋਈ ਆਵਾਜ਼ ਨਹੀਂ ਉਠਾ ਸਕਿਆ, ਕਿਉਂਕਿ ਉਹ ਚੁੱਪੀ ਵੀ ਜਿਹੜੀ ਹੈ ਉਹ ਭਾਈਵਾਲੀ ਹੁੰਦੀ ਹੈ। ਸੋ ਉਸ ਨੇ ਉਹਨਾਂ ਦੇ ਜਿਹੜਾ ਉਹਨਾਂ ਦਾ ਕਹਿਣ ਤੋਂ ਪਹਿਲਾਂ ਹੀ ਅਸੀਂ ਆਪਣੇ ਹਰ ਪਿੰਡ ਦੇ ਵਿੱਚ ਹਰ ਵਰਕਰ ਦੀ ਬਾਂਹ ਫੜਨ, ਪਹਿਲਾਂ ਵੀ ਫੜੀ ਹੈ, ਹੁਣ ਵੀ ਗਾਂਹ ਫੜਾਂਗੇ, ਤੇ ਇੱਕ ਜਿਹੜਾ ਜਸਟਿਸ ਦਾ ਰਾਜ ਹੈ, ਜਿਹੜਾ ਇੱਥੇ ਇਨਸਾਫ ਦਾ ਰਾਜ ਹੈ, ਉਹਦੀ ਕਾਮਨਾ ਕਰਦੇ ਹਾਂ। ਤੇ ਹਮੇਸ਼ਾ ਲੋਕਾਂ ਦੇ ਨਾਲ ਜਿਹੜਾ ਆ ਉਹ ਇਨਸਾਫ ਦੇ ਰਾਜ ਦੀ ਲੜਾਈ ਜਿਹੜੀ ਆ ਹਮੇਸ਼ਾ ਦੀ ਤਰ੍ਹਾਂ ਉਹ ਜਾਰੀ ਰਹੇਗੀ, ਕਿਉਂਕਿ ਸਾਡਾ ਜੋ ਅਹਿਸਾਨ ਹੈ ਸਾਡੇ ਤੇ ਲੋਕਾਂ ਦੇ, ਉਹ ਪਿਛਲੇ 45 ਸਾਲ ਦੇ ਕੈਰੀਅਰ ਦੇ ਵਿੱਚ ਬਹੁਤ ਵੱਡੇ ਹੈ। ਸਾਨੂੰ 5 ਵਾਰੀ ਇੱਥੋਂ ਲੋਕਾਂ ਨੇ ਮਾਣ ਬਖਸ਼ਿਆ, ਤੇ ਅਸੀਂ ਲੋਕਾਂ ਦੀ ਬਾਂਹ ਨਹੀਂ ਜਿਹੜੀ ਛੱਡ ਸਕਦੇ, ਇਹ ਸਾਡਾ ਫਰਜ਼ ਹੈ। ਸੋ ਮੈਂ ਆਖਿਰ ਦੇ ਵਿੱਚ ਇਹੀ ਤੁਹਾਡੇ ਸਾਰਿਆਂ ਦੇ ਅੱਗੇ ਪ੍ਰੈਸ ਦੇ ਥਰੂ ਇਹੀ ਬੇਨਤੀ ਕਰਾਂਗਾ ਵੀ ਕਿਸੇ ਨੂੰ ਵੀ ਜਿਹੜਾ ਸਾਡੀ ਕਾਂਗਰਸ ਪਾਰਟੀ ਦਾ ਵਰਕਰ ਹੈ ਉਹਨੂੰ ਡੀਮੋਰਲਾਈਜ਼ ਹੋਣ ਦੀ ਲੋੜ ਨਹੀਂ, ਉਹਨੂੰ ਕਿਸੇ ਵੀ ਗੱਲੋਂ ਡਰਨ ਦੀ ਲੋੜ ਨਹੀਂ। ਪਾਰਟੀ ਉਹਨਾਂ ਦੇ ਨਾਲ ਖੜੀ ਹੈ, ਤੇ ਜੋ ਵੀ ਇੱਥੇ ਜਿਹੜੀਆਂ ਘਟਨਾਵਾਂ, ਜਿਹੜੀਆਂ ਸਕੈਮਸ, ਜਿਹੜੇ ਮਾਫੀਆ ਨੇ ਰਾਜ ਕੀਤਾ, ਉਹਦੇ ਖਿਲਾਫ ਆਵਾਜ਼ ਬੁਲੰਦ ਰਹੇਗੀ, ਚੱਕਦੇ ਰਹਾਂਗੇ, ਤਾਂ ਜੋ ਆਉਣ ਵਾਲੀਆਂ ਜਿਹੜੀਆਂ ਚੋਣਾਂ ਆ ਉਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਪਾਰਟੀ ਨੂੰ ਕਿਸੇ ਵੀ ਸੈਲਫਿਸ਼ ਇੰਟਰਸਟ ਵਾਲੇ ਲੀਡਰਾਂ ਦੀ ਖਾਤਰ ਜਿਹੜਾ ਉਹ ਨਮੋਸ਼ੀ ਦਾ ਸਾਹਮਣਾ ਨਾ ਕਰਨਾ ਪਵੇ। ਤੇ ਮੈਂ ਤਾਂ ਇੱਥੋਂ ਤੱਕ ਵੀ ਕਹਾਂਗਾ ਵੀ ਜੋ ਐਮਪੀ ਸਾਹਿਬ ਹੈ, ਸਾਡੇ ਆਪਣੇ ਪਾਰਟੀ ਦੇ ਐਮਪੀ ਸਾਹਿਬ ਹੈ, ਉਹਨਾਂ ਨੂੰ ਖੁਦ ਆ ਕੇ ਸਗੋਂ ਸੀਐਮ ਸਾਹਿਬ ਨੂੰ ਕਹਿਣਾ ਚਾਹੀਦਾ ਵੀ ਇਹਦੀ ਵਿਜੀਲੈਂਸ ਪ੍ਰੂਫ ਜਿਹੜੀ ਆ ਮੈਂ ਡਿਮਾਂਡ ਕਰਦਾ, ਕਿਉਂਕਿ ਚੁਣੇ ਹੋਏ ਨੁਮਾਇੰਦੇ ਆ। ਜੇ ਉਹਨਾਂ ਦੇ ਵਿੱਚ ਜੇ ਉਹਨਾਂ ਨੂੰ ਲੱਗਦਾ ਵੀ ਉਹਨਾਂ ਨੇ ਕੁਝ ਨਹੀਂ ਕੀਤਾ, ਜਾਂ ਇੱਥੇ ਉਹਨਾਂ ਦੇ ਨਾਂ ਤੇ ਐਡੀ ਵੱਡੀ ਆਡੀਓ ਇੱਕ ਸਬੂਤ ਦੇ ਤੌਰ ਤੇ ਆਉਣ ਤੋਂ ਬਾਅਦ ਵੀ ਜੇ ਉਹਨਾਂ ਨੂੰ ਲੱਗਦਾ ਉਹਨਾਂ ਨੇ ਕੁਝ ਨਹੀਂ ਕੀਤਾ, ਤੇ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਸਾਹਮਣੇ ਆ ਕੇ ਇੱਕ ਵਾਰ ਪਬਲਿਕਲੀ ਆਪ ਸੀਐਮ ਸਾਹਿਬ ਨੂੰ ਕਹਿਣ ਵੀ ਇੱਥੇ ਵਿਜੀਲੈਂਸ ਦੀ ਜਾਂਚ ਹੋਣੀ ਚਾਹੀਦੀ ਹੈ, ਔਰ ਸਰਪੰਚ ਸਾਹਿਬ ਨੂੰ ਜਿਹੜੇ ਮੇਰੇ ਨਾਲ ਬੈਠੇ ਆ, ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ। ਇਹਨਾਂ ਨੂੰ ਜਿਹੜੀ ਹਰਾਸਮੈਂਟ ਹੋਈ ਹੈ, ਇਹਨਾਂ ਦੀ ਹੈਲਥ ਖਰਾਬ ਹੋਈ ਹੈ, ਉਹਦਾ ਇਨਸਾਫ ਮਿਲਣਾ ਚਾਹੀਦਾ। ਹਰ ਇੱਕ ਜਿਹੜਾ ਇੱਥੇ ਸ਼ਖਸ ਹੈ, ਹਰ ਇੱਕ ਨਾਗਰਿਕ ਹੈ ਫਲੋਰ ਹਲਕੇ ਦਾ, ਹਰ ਇੱਕ ਸਰਪੰਚ ਹੈ, ਉਹਨੂੰ ਜਿਹੜਾ ਆ ਇਨਸਾਫ ਮਿਲਣਾ ਚਾਹੀਦਾ, ਤੇ ਇਹਦੀ ਪ੍ਰੋਪਰ ਫੇਅਰ ਐਂਡ ਜਿਹੜੀ ਹੈ ਉਹ ਇਨਵੈਸਟੀਗੇਸ਼ਨ ਵਿਜੀਲੈਂਸ ਤੋਂ ਹੋਣੀ ਚਾਹੀਦੀ ਹੈ। ਸਰਪੰਚ ਸਾਹਿਬ ਦੇ ਇਸ ਮੁੱਦੇ ਦੀ ਅਸੀਂ ਹਮਾਇਤ ਕਰਦੇ ਹਾਂ, ਤੇ ਮੈਂ ਇਹ ਲੜਾਈ ਜਿਹੜੀ ਹੈ ਸਾਰੀ ਟੀਮ ਕਾਂਗਰਸ ਦੀ, ਇਹ ਲੜਾਈ ਹਮੇਸ਼ਾ ਹਰ ਇੱਕ ਨਾਗਰਿਕ ਦੀ ਫਲੋਰ ਦੇ ਦੀ ਲੜਦੀ ਰਹੇਗੀ।